हाँ जी सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਇੰਟਰਸਟਿੰਗ ਫੈਕਟਸ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਗੂਆਂ ਬਾਰੇ ਤੇ ਆਗੂਆਂ ਦੀਆਂ ਅੱਜ ਆਪਾਂ ਸਾਰੀਆਂ ਤਹਿਾਂ ਫੋਲਾਂਗੇ ਤੇ ਇਸ ਲਈ ਆਪਾਂ ਨੂੰ ਜਾਣਾ ਪਵੇਗਾ ਇਤਿਹਾਸ ਦੇ ਵਿੱਚ। ਸੋ ਬਹੁਤ ਹੀ ਇਨਫੋਰਮੇਸ਼ਨਲ ਗੱਲਾਂ ਹੋਣਗੀਆਂ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਵੀ ਮਿਲੇਗਾ। ਇਹ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਦੇ ਰਹੋ ਤੇ ਤੁਹਾਨੂੰ ਤੁਹਾਡੇ ਮੰਤਰੀ ਜਾਂ ਤੁਹਾਡੇ ਐਮਐਲਏ ਬਾਰੇ ਵੀ ਬਹੁਤ ਕੁਝ ਜਾਣਨ ਨੂੰ ਮਿਲੇਗਾ, ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਸੋ ਜਿਵੇਂ ਕਿ ਅੰਗਰੇਜ਼ੀ ਦੀ ਇੱਕ ਕਹਾਵਤ ਹੈ, ਪੀਪਲ ਗੈਟ ਦਾ ਗਵਰਨਮੈਂਟ ਦੇ ਡਿਜ਼ਰਵ, ਮਤਲਬ ਕਿ ਲੋਕਾਂ ਨੂੰ ਉਦਾਂ ਦੀ ਹੀ ਸਰਕਾਰ ਮਿਲਦੀ ਹੈ ਜਿੱਦਾਂ ਦੀ ਸਰਕਾਰ ਦੇ ਉਹ ਕਾਬਲ ਹੁੰਦੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਲੋਕ ਇਹ ਕਹਿਣ ਕਿ ਸਰਕਾਰ ਬਹੁਤ ਹਰਾਮ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਲੋਕ ਵੀ ਉਦਾਂ ਦੇ ਹੀ ਹੋਣਗੇ। ਜੇ ਬਾਹਰ ਦੀਆਂ ਗਵਰਨਮੈਂਟਾਂ ਵਧੀਆ ਨੇ ਤਾਂ ਉੱਥੋਂ ਦੇ ਲੋਕ ਸਾਰੇ ਰੂਲ ਫੋਲੋ ਕਰਦੇ ਨੇ। ਕੁੱਲ ਮਿਲਾ ਕੇ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਉਹ ਲੋਕ ਕਿਵੇਂ ਦੇ ਨੇ, ਤਾਂ ਹੀ ਉਹਨਾਂ ਦੀਆਂ ਸਰਕਾਰਾਂ ਉਦਾਂ ਦੀਆਂ ਨੇ। ਸੋ ਵਧੀਆ ਸਰਕਾਰਾਂ ਵਾਸਤੇ ਸਾਨੂੰ ਆਪ ਵਧੀਆ ਹੋਣਾ ਪਵੇਗਾ। ਸੋ ਅੱਗੇ ਵਧਣ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਕਰਦੇ ਹਾਂ, ਜਿਵੇਂ ਕਿ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਭਰਾਵਾਂ ਦਾ ਇਹ ਸਵਾਲ ਆ ਰਿਹਾ ਸੀ ਕਿ ਅਸੀਂ ਸਟਾਕ ਕਿਵੇਂ ਬਾਏ ਕਰੀਏ, ਕਿੱਥੋਂ ਬਾਏ ਕਰੀਏ, ਕਿਸੇ ਵਧੀਆ ਪਲੇਟਫਾਰਮ ਬਾਰੇ ਦੱਸੋ। ਸੋ ਇਸ ਕਰਕੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗਰੋ ਐਪ ਬਾਰੇ, ਜੋ ਕਿ ਬਹੁਤ ਹੀ ਸਿਕਿਉਰ ਤੇ ਸੇਫ ਇਨਵੈਸਟਿੰਗ ਪਲੇਟਫਾਰਮ ਹੈ ਤੇ ਇਹਨਾਂ ਦੀ ਐਪ ਨੂੰ ਪਲੇ ਸਟੋਰ ਤੇ 4.4 ਸਟਾਰ ਤੇ ਐਪ ਸਟੋਰ ਤੇ 4.5 ਸਟਾਰ ਰੇਟਿੰਗ ਹੈ। ਸੋ ਇੱਥੇ ਤੁਸੀਂ ਆਪਣਾ ਡੀਮੈਟ ਅਕਾਊਂਟ ਬਿਲਕੁਲ ਫ੍ਰੀ ਓਪਨ ਕਰਾ ਸਕਦੇ ਹੋ, ਉਹ ਵੀ 0 AMC ਤੇ ਇਹ ਸੇਬੀ ਤੋਂ ਰਜਿਸਟਰਡ ਹੈ ਤੇ ਇੱਥੇ ਅਕਾਊਂਟ ਖੋਲਣਾ ਬਹੁਤ ਹੀ ਆਸਾਨ ਹੈ, ਉਹ ਵੀ 2FA ਸਿਕਿਉਰਡ ਹੁੰਦਾ ਹੈ। ਤੇ ਜੇਕਰ ਗੱਲ ਕਰੀਏ ਇਨਵੈਸਟਮੈਂਟ ਦੀ ਤਾਂ ਤੁਹਾਨੂੰ ਇੱਥੇ ETF, ਸਟਾਕ, IPO, ਮਿਊਚੁਅਲ ਫੰਡ ਸਾਰੇ ਸੈਗਮੈਂਟ ਮਿਲ ਜਾਣਗੇ ਇਨਵੈਸਟਮੈਂਟ ਕਰਨ ਲਈ। ਤੇ ਹੋਰ ਤਾਂ ਹੋਰ ਇਸ ਐਪ ਦੀ ਮਦਦ ਨਾਲ ਤੁਸੀਂ US ਸਟਾਕ ਤੇ FD ਦੇ ਵਿੱਚ ਵੀ ਇਨਵੈਸਟਮੈਂਟ ਕਰ ਸਕਦੇ ਹੋ। ਸੋ ਜੇਕਰ ਗੱਲ ਕਰੀਏ ਨੌਲੇਜ ਦੀ ਤਾਂ ਇਸ ਐਪ ਦਾ ਇੰਟਰਫੇਸ ਟ੍ਰਾਂਸਪੇਰੈਂਟ ਤੇ ਬਹੁਤ ਹੀ ਯੂਜ਼ਰ ਫ੍ਰੈਂਡਲੀ ਹੈ, ਜਿਸ ਵਿੱਚ ਚਾਰਟ ਸਟੱਡੀ ਕਰਨੇ ਬਹੁਤ ਹੀ ਆਸਾਨ ਨੇ ਤੇ ਇੰਡੀਆ ਦਾ ਹਰ ਬੰਦਾ ਇਨਵੈਸਟ ਕਰੇ, ਇਸ ਲਈ ਇਹ ਹਰ ਹਫ਼ਤੇ ਐਜੂਕੇਸ਼ਨ ਵੀ ਦਿੰਦੇ ਨੇ। ਇਸ ਕਰਕੇ ਹੀ ਇਹ ਕਹਿੰਦੇ ਨੇ ਕਿ ਇਹ ਮਾਰਕੀਟ ਸਭ ਦਾ ਹੈ। ਸੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ, ਉਸ ਰਾਹੀਂ ਤੁਸੀਂ ਆਪਣਾ ਅਕਾਊਂਟ ਖੋਲ ਕੇ ਆਪਣੀ ਇਨਵੈਸਟਿੰਗ ਜਰਨੀ ਸਟਾਰਟ ਕਰ ਸਕਦੇ ਹੋ। Investment in securities market are subject to market risks. Read all the related documents carefully before investing. ਸੋ ਅਗਲੀ ਗੱਲ ਧਿਆਨ ਨਾਲ ਸੁਣਿਓ, ਐਜੂਕੇਸ਼ਨ ਤੇ ਪੈਸਾ ਖਰਚਣ ਵਿੱਚ ਇੰਡੀਆ 62ਵੇਂ ਨੰਬਰ ਤੇ ਹੈ, ਪਰ ਵੋਟਾਂ ਵਿੱਚ ਖਰਚਾ ਕਰਨ ਵਿੱਚ ਇੰਡੀਆ ਨੰਬਰ 1 ਤੇ ਆਉਂਦਾ ਹੈ। 2018 ਦੀਆਂ ਇਲੈਕਸ਼ਨਸ ਵਿੱਚ 60,000 ਕਰੋੜ ਦੇ ਕਰੀਬ ਖਰਚਾ ਆਇਆ ਸੀ ਤੇ ਇਹ ਪੈਸੇ ਇਹਨਾਂ ਨੇ ਕਣਕ ਵੇਚ ਕੇ ਤਾਂ ਇਕੱਠੇ ਨਹੀਂ ਕੀਤੇ। ਸੋ ਇਹ ਸਾਰਾ ਪੈਸਾ ਇਹਨਾਂ ਕੋਲ ਫੰਡਿੰਗ ਦੇ ਰੂਪ ਵਿੱਚ ਆਉਂਦਾ ਹੈ ਤੇ ਫੰਡ ਕਰਨ ਵਾਲਾ ਬੰਦਾ ਬਾਅਦ ਵਿੱਚ ਇਸ ਚੀਜ਼ ਦਾ ਫਾਇਦਾ ਵੀ ਲੈਂਦਾ ਹੈ। ਸੋ ਸਾਡੇ ਦੇਸ਼ ਵਿੱਚ ਫੰਡਿੰਗ ਕਰਨ ਵਾਲੇ ਬੰਦੇ ਦਾ ਨਾਮ ਡਿਸਕਲੋਜ਼ ਨਹੀਂ ਕੀਤਾ ਜਾਂਦਾ, ਪਰ ਅਮਰੀਕਾ ਵਿੱਚ ਫੰਡਿੰਗ ਕਰਨ ਵਾਲੇ ਦਾ ਨਾਮ ਜਨਤਾ ਨੂੰ ਦੱਸ ਦਿੱਤਾ ਜਾਂਦਾ ਹੈ। ਸੋ ਇੰਡੀਆ ਵਿੱਚ ਕਿਸੇ ਵੀ ਪਾਰਟੀ ਨੂੰ ਫੰਡਿੰਗ ਕਰਨੀ ਕਾਨੂੰਨੀ ਹੈ, ਇਸ ਤੇ ਕੋਈ ਵੀ ਰੋਕ ਨਹੀਂ ਹੈ। ਇਹ ਪੈਸਾ ਸੜਕਾਂ, ਸਕੂਲਾਂ ਤੇ ਹਸਪਤਾਲਾਂ ਨੂੰ ਬਣਾਉਣ ਲਈ ਨਹੀਂ ਵਰਤਿਆ ਜਾਂਦਾ, ਸਗੋਂ ਇਸ ਪੈਸੇ ਨਾਲ ਲੋਕਾਂ ਨੂੰ ਦਾਰੂ ਤੇ ਹੋਰ ਵੀ ਜੋ ਇਲੈਕਸ਼ਨ ਦੇ ਸਮੇਂ ਸਰਕਾਰ ਦਿੰਦੀ ਹੈ ਉਹ ਸਭ ਕੁਝ ਦਿੱਤਾ ਜਾਂਦਾ ਹੈ ਤਾਂ ਕਿ ਉਹ ਪਾਰਟੀ ਜਿੱਤ ਸਕੇ। ਸੋ ਇੰਡੀਆ ਵਿੱਚ ਹਾਲੇ ਵੀ ਅਜਿਹੇ ਲੋਕ ਨੇ ਜੋ ਆਪਣੀ ਵੋਟ ਕਿਸੇ ਦੇ ਕਹਿਣ ਤੇ ਪਾ ਦਿੰਦੇ ਨੇ ਤੇ ਸਭ ਤੋਂ ਬੇਵਕੂਫ ਉਹ ਹੁੰਦੇ ਨੇ ਜੋ ਦਾਰੂ ਜਾਂ ਪੈਸੇ ਲੈ ਕੇ ਵੋਟ ਪਾ ਦਿੰਦੇ ਨੇ ਤੇ ਉਸ ਤੋਂ ਕਈ ਗੁਣਾ ਫਿਰ ਵੱਧ 5 ਸਾਲ ਪ੍ਰਾਈਵੇਟ ਹਸਪਤਾਲਾਂ ਤੇ ਸਕੂਲਾਂ ਵਿੱਚ ਲਾਉਂਦੇ ਰਹਿੰਦੇ ਨੇ। ਤੇ ਅੱਗੇ ਗੱਲ ਕਰਦੇ ਹਾਂ, ਸੰਸਾਰ ਨੂੰ ਬਦਲਦੇ ਆਗੂ ਨੇ ਪਰ ਬਦਲੇ ਹੋਏ ਸੰਸਾਰ ਨੂੰ ਚਲਾਉਂਦੇ ਸਧਾਰਨ ਅਕਲ, ਸਮਝ ਤੇ ਸੂਝਵਾਨ ਮਨੁੱਖ ਹੁੰਦੇ ਨੇ। ਪਹਿਲਾਂ ਮੂਰਤੀਕਾਰ ਆਏ, ਫਿਰ ਮੂਰਤੀ ਤੋੜ ਆਏ, ਪਰ ਅੱਜ ਮੂਰਤੀ ਚੋਰਾਂ ਦਾ ਯੁੱਗ ਵੀ ਹੈ ਤੇ ਪੈਸਾ ਆਉਣ ਨਾਲ ਖੁਸ਼ਹਾਲੀ ਆਉਂਦੀ ਹੈ, ਪਰ ਖੁਸ਼ਹਾਲੀ ਨਾਲ ਕੋਈ ਦੁਖੀ ਨਹੀਂ ਹੁੰਦਾ। ਖੁਸ਼ਹਾਲੀ ਦੀ ਦੁਰਵਰਤੋਂ ਦੁਖੀ ਕਰਦੀ ਹੈ। ਇਦਾਂ ਹੀ ਅਕਲ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ, ਪਰ ਅਕਲ ਦੀ ਦੁਰਵਰਤੋਂ ਨੁਕਸਾਨ ਕਰਦੀ ਹੈ। ਤੇ ਇਸ ਤਰ੍ਹਾਂ ਹੀ ਰਾਜਨੀਤਿਕ ਸ਼ਕਤੀ ਕਿਸੇ ਵੀ ਆਗੂ ਨੂੰ ਭ੍ਰਿਸ਼ਟ ਨਹੀਂ ਕਰਦੀ, ਪਰ ਰਾਜਨੀਤਿਕ ਸ਼ਕਤੀਆਂ ਖੋਏ ਜਾਣ ਦਾ ਡਰ ਆਗੂ ਨੂੰ ਭ੍ਰਿਸ਼ਟ ਕਰਦਾ ਹੈ। ਸੋ ਜਦੋਂ ਕੋਈ ਆਗੂ ਕਿਸੇ ਕੌਮ ਦੀਆਂ ਆਸਾਂ ਉਮੰਗਾਂ ਤੇ ਪੂਰਾ ਨਾ ਉਤਰੇ ਤਾਂ ਉਸ ਕੌਮ ਨੂੰ ਉਸ ਤੋਂ ਛੁਟਕਾਰਾ ਪਾਉਣ ਲਈ ਸੋਚਣਾ ਪੈਂਦਾ ਹੈ। ਆਗੂ ਦਾ ਕੰਮ ਹੁੰਦਾ ਹੈ ਸਮੁੱਚੀ ਕੌਮ ਵਾਸਤੇ ਸੋਚੇ, ਪਰ ਜਦੋਂ ਕੋਈ ਆਗੂ ਆਪਣੇ ਆਪ ਨੂੰ ਲੋਕਾਂ ਤੋਂ ਵੱਡਾ ਸਮਝਣ ਲੱਗ ਪਵੇ, ਮਤਲਬ ਉਸ ਨੂੰ ਕੁੱਕੜ ਵਾਲਾ ਭਰਮ ਹੋ ਜਾਵੇ ਕਿ ਉਸ ਦੇ ਵਾਂਗ ਦਿੱਤਿਆਂ ਹੀ ਸੂਰਜ ਚੜ੍ਹਦਾ ਹੈ, ਤਾਂ ਫਿਰ ਉਸ ਸਮੇਂ ਲੋਕਾਂ ਦੀ ਸਾਂਝੀ ਸ਼ਕਤੀ ਉਸ ਦਾ ਇਹ ਚੜਿਆ ਸੂਰਜ ਤਾਰ ਵੀ ਦਿੰਦੀ ਹੈ। ਅਸਲ ਵਿੱਚ ਆਗੂ ਨੂੰ ਜਿਵੇਂ ਵਰਖਾ ਪਛੜ ਜਾਣ ਤੇ ਕਿਸਾਨ ਉਦਾਸ ਹੁੰਦਾ ਹੈ, ਉਵੇਂ ਸਮੱਸਿਆ ਨਾ ਸੁਲਝਣ ਤੇ ਸਾਡੇ ਆਗੂ ਉਦਾਸ ਹੋਣੇ ਚਾਹੀਦੇ ਨੇ, ਪਰ ਸਾਡੇ ਆਗੂ ਝੂਠੀਆਂ ਤਸੱਲੀਆਂ ਭਰ ਕੇ ਹਵਾ ਵਿੱਚ ਉਡਾ ਰਹੇ ਨੇ ਤੇ ਜਿਹੜੀ ਭੀੜ ਵਧੇਰੇ ਸ਼ੋਰ ਮਚਾਉਂਦੀ ਹੈ ਉਹ ਆਗੂ ਰਹਿਤ ਹੁੰਦੀ ਹੈ। ਉਸ ਦਾ ਸ਼ੋਰ ਆਗੂ ਲਈ ਅਸਲ ਵਿੱਚ ਇੱਕ ਤਰਲਾ ਹੀ ਹੁੰਦਾ ਹੈ। ਕਹਿੰਦੇ ਨੇ ਇੱਕ ਵਾਰੀ ਜਦੋਂ ਘੋੜਿਆਂ ਦੇ ਖੁਰ ਲੱਗ ਰਹੇ ਸੀ ਤਾਂ ਖੱਚਰਾਂ ਨੇ ਪੈਰ ਅੱਗੇ ਕਰਕੇ ਖੁਰ ਲਵਾ ਲਏ ਤੇ ਹੁਣ ਖੱਚਰਾਂ ਘੋੜਿਆਂ ਤੇ ਹੱਸ ਰਹੀਆਂ ਸੀ, ਪਰ ਸਾਨੂੰ ਇਸ ਗੱਲ ਦੀ ਤਸੱਲੀ ਹੋਣੀ ਚਾਹੀਦੀ ਹੈ ਕਿ ਖੱਚਰਾਂ ਦੇ ਵੰਸ਼ ਨਹੀਂ ਚੱਲਦੇ, ਕਿਉਂਕਿ ਖੱਚਰਾਂ ਦੀ ਕੋਈ ਸੰਤਾਨ ਨਹੀਂ ਹੁੰਦੀ, ਪਰ ਘੋੜਿਆਂ ਦੇ ਵੰਸ਼ ਚੱਲਦੇ ਨੇ
ਤੇ ਉਹਨਾਂ ਦੇ ਬਜ਼ੁਰਗਾਂ ਦਾ ਨਾਮ ਵੀ ਚੱਲਦਾ ਹੈ। ਤੇ ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਧਰਮ ਦੇ ਯੁੱਗ ਵਿੱਚ ਸਮਾਜ ਦਾ ਆਗੂ ਰੱਬ ਹੁੰਦਾ ਹੈ। ਮਨੁੱਖ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਲਈ ਉਹਨਾਂ ਨੂੰ ਰੱਬ ਦੇ ਹਵਾਲੇ ਕਰਦਾ ਰਿਹਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਗੁਰੂ, ਸਾਧ, ਸੰਤ, ਭਗਤ, ਰਿਸ਼ੀ, ਮੁਨੀ, ਪੀਰ ਇਹ ਸਾਰੇ ਰੱਬ ਦਾ ਹੀ ਸੁਨੇਹਾ ਦਿੰਦੇ ਰਹੇ ਨੇ। ਸੋ ਇਹਨਾਂ ਦਾ ਕੰਮ ਸੀ ਮਨੁੱਖ ਨੂੰ ਸਹੀ ਰਾਹ ਤੇ ਪਾਉਣਾ, ਮਨੁੱਖ ਨੂੰ ਤਣਾਅ ਮੁਕਤ ਕਰਨਾ। ਸੋ ਹਰ ਧਰਮ ਨੇ ਆਪਣੇ ਗ੍ਰੰਥ ਨੂੰ ਰੱਬੀ ਬਾਣੀ ਕਿਹਾ ਹੈ ਤਾਂ ਕਿ ਹਰ ਕੋਈ ਉਸ ਨੂੰ ਕਿੰਤੂ ਪਰੰਤੂ ਕਰੇ ਬਿਨਾ ਪੜ੍ਹ ਸਕੇ ਤੇ ਉਸ ਰਾਹ ਤੇ ਤੁਰ ਪਵੇ। ਸੋ ਇਤਿਹਾਸ ਵਿੱਚ ਬਹੁਤ ਸਾਰੇ ਛੋਟੇ-ਛੋਟੇ ਧਰਮ ਸੀ ਜਿਨ੍ਹਾਂ ਨੂੰ ਮਹਾਨ ਆਗੂ ਤੇ ਪ੍ਰਚਾਰਕ ਪ੍ਰਾਪਤ ਹੋਏ ਤੇ ਜਿਸ ਤੋਂ ਬਾਅਦ ਉਹ ਵੱਡੇ ਧਰਮ ਬਣ ਗਏ। ਜਦੋਂ ਬੋਲਣ ਦੀ ਥਾਂ ਲਿਖਣ ਦੀ ਪਰੰਪਰਾ ਸਥਾਪਿਤ ਹੋਈ ਤਾਂ ਸੰਸਾਰ ਭਰ ਵਿੱਚ ਧਰਮ ਦੇ ਪ੍ਰਤੀ ਲੋਕਾਂ ਦਾ ਦ੍ਰਿਸ਼ਟੀਕੋਣ ਹੀ ਬਦਲ ਗਿਆ। ਕੁੱਲ ਮਿਲਾ ਕੇ ਇਹ ਯੁੱਗ ਦੇ ਫਿਲਾਸਫਰ ਹੀ ਸਮਾਜ ਦੇ ਆਗੂ ਸੀ। ਯੂਰਪ ਵਿੱਚ 5ਵੀਂ ਸਦੀ ਈਸਵੀ ਤੋਂ 16ਵੀਂ ਸਦੀ ਈਸਵੀ ਦਾ ਸਮਾਂ ਪਾਦਰੀਆਂ, ਪੁਰੋਹਿਤਾਂ, ਮੌਲਵੀਆਂ ਦਾ ਕਾਲ ਸੀ। ਪਰ ਹੌਲੀ-ਹੌਲੀ ਇਸ ਵੇਲੇ ਜਿਸ ਵਿੱਚ ਆਪਣੇ ਪਰਿਵਾਰ ਤੋਂ ਪਰੇ ਸੋਚਣ ਦੀ ਸਮਰੱਥਾ ਸੀ ਉਹ ਧਰਮ ਨੂੰ ਸਮਰਪਿਤ ਹੋ ਗਿਆ। 17ਵੀਂ ਸਦੀ ਤੋਂ ਵਿਗਿਆਨ ਦਾ ਯੁੱਗ ਸ਼ੁਰੂ ਹੋਇਆ। ਸੋ ਸਿਆਣੇ ਲੋਕਾਂ ਦਾ ਇਸ ਆਧੁਨਿਕ ਖੇਤਰ ਵਿੱਚ ਪ੍ਰਵੇਸ਼ ਕਰਨ ਨਾਲ ਇਸ ਖੇਤਰ ਦਾ ਪ੍ਰਭਾਵ ਵਧਿਆ ਤੇ ਵਿਸ਼ਾਲ ਹੋਇਆ। ਧਰਮ ਨੇ ਰੱਬ ਦੀ ਹੋਂਦ ਨੂੰ ਸਥਾਪਿਤ ਕਰਨ ਲਈ ਗ੍ਰੰਥ ਤੇ ਪ੍ਰਕਿਰਤੀ ਨੂੰ ਆਧਾਰ ਬਣਾਇਆ। ਵਿਗਿਆਨ ਨੇ ਪ੍ਰਕਿਰਤੀ ਦਾ ਅਧਿਐਨ ਕੀਤਾ ਤੇ ਜਿਸ ਚੀਜ਼ ਨੂੰ ਪ੍ਰਯੋਗ ਜਾਂ ਤਰਕ ਨਾਲ ਸਿੱਧ ਨਹੀਂ ਕੀਤਾ ਜਾ ਸਕਦਾ ਵਿਗਿਆਨ ਉਸ ਸੰਕਲਪ ਨੂੰ ਮੰਨਣ ਤੋਂ ਇਨਕਾਰੀ ਰਿਹਾ ਹੈ ਤੇ ਜੋ ਧਰਮ ਦੀਆਂ ਚੀਜ਼ਾਂ ਮੰਨਣ ਯੋਗ ਨੇ ਉਹਨਾਂ ਨੂੰ ਉਹ ਮੰਨਦਾ ਰਿਹਾ ਹੈ। ਤੇ ਹੌਲੀ-ਹੌਲੀ ਮਨੁੱਖ ਦਾ ਗਿਆਨ ਤੇ ਵਿਸ਼ਵਾਸ ਪ੍ਰਯੋਗ ਤੇ ਤਰਕ ਦੇ ਆਧਾਰ ਤੇ ਹੁੰਦਾ ਗਿਆ। ਇਹੀ ਕਾਰਨ ਹੈ ਕਿ ਅਜੋਕੇ ਸਮੇਂ ਵਿੱਚ ਆਗੂ ਪਾਦਰੀ ਨਹੀਂ ਵਿਗਿਆਨੀ ਹੈ। ਦੂਜੇ ਵਿਸ਼ਵ ਯੁੱਧ ਉਪਰੰਤ ਵਿਗਿਆਨ ਦੀ ਨੁਹਾਰ ਬਦਲੀ ਤੇ ਵਿਗਿਆਨ ਨੂੰ ਵਪਾਰ ਅਧੀਨ ਵੀ ਕਰ ਲਿਆ ਗਿਆ। ਰੂਸੀ ਇਨਕਲਾਬ ਤੇ ਵਿਸ਼ਵ ਯੁੱਧਾਂ ਨਾਲ ਰਾਜਨੀਤੀ ਦੀ ਨੁਹਾਰ ਵੀ ਬਦਲੀ। ਸੋ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਰਾਜਨੀਤਿਕ ਲੋਕ ਸਾਡੇ ਆਗੂ ਕਿਵੇਂ ਬਣੇ। ਜਦੋਂ ਵਿਗਿਆਨ ਵਪਾਰ ਅਧੀਨ ਹੋ ਗਿਆ ਤੇ ਵਪਾਰ ਰਾਜਨੀਤਿਕ ਅਧੀਨ ਹੋ ਗਿਆ ਤਾਂ ਰਾਜਨੀਤਿਕ ਲੋਕ ਸਾਡੇ ਆਗੂ ਬਣ ਗਏ। ਜਦੋਂ ਬਾਦਸ਼ਾਹ ਜਾਂ ਰਾਜਿਆਂ ਦਾ ਯੁੱਗ ਹੁੰਦਾ ਸੀ ਤਾਂ ਜੀਵਨ ਦੀ ਚਾਲ ਹੌਲੀ ਸੀ ਪਰ ਸਮਾਜ ਦਾ ਸੁਭਾਅ ਸਰਲ ਸੀ। ਤੇ 20ਵੀਂ ਸਦੀ ਵਿੱਚ ਨਵੀਂ ਤਬਦੀਲੀ ਇਹ ਵਾਪਰੀ ਕਿ ਜਿਵੇਂ ਚਾਰੇ ਦਿਸ਼ਾਵਾਂ ਇੱਕ ਦੂਜੀ ਉੱਤੇ ਨਿਰਭਰ ਨੇ ਉਵੇਂ ਹੀ ਹਰ ਦੇਸ਼ ਦਾ ਹਰ ਪ੍ਰਾਂਤ ਦਾ ਹਰ ਸ਼ਹਿਰ ਦਾ ਹਰ ਘਰ ਇੱਕ ਦੂਜੇ ਉੱਤੇ ਨਿਰਭਰ ਨੇ। ਸੋ ਹੁਣ ਲੋਕਾਂ ਨੂੰ ਵਿਸ਼ਵਾਸ ਹੁੰਦਾ ਜਾ ਰਿਹਾ ਹੈ ਕਿ ਕੋਈ ਵੀ ਆਗੂ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦਾ। ਤੇ ਜੇ ਜਾਨਵਰਾਂ ਤੇ ਪੰਛੀਆਂ ਦੀ ਜੀਵਨ ਤੇ ਝਾਤ ਮਾਰੀਏ ਤਾਂ ਇਹ ਚੀਜ਼ ਵਿਖਾਈ ਦਿੰਦੀ ਹੈ ਕਿ ਪਿਛਲੇ ਲੱਖਾਂ ਸਾਲਾਂ ਵਿੱਚ ਇਹਨਾਂ ਦੇ ਜੀਵਨ ਵਿੱਚ ਕੋਈ ਵੀ ਪਛਾਣਯੋਗ ਤਬਦੀਲੀ ਨਹੀਂ ਵਾਪਰੀ। ਮਨੁੱਖ ਦੀ ਸਮੁੱਚੀ ਤਰੱਕੀ ਦਾ ਇੱਕ ਬੁਨਿਆਦੀ ਕਾਰਨ ਇਹ ਹੈ ਕਿ ਸਮਾਂ ਬੀਤਣ ਨਾਲ ਇਹ ਨਵੀਆਂ ਪਰਿਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲਦਾ ਗਿਆ ਹੈ। ਮਤਲਬ ਹਰ ਜਾਨਵਰ ਦੀ ਜਿਹੜੀ ਖੁਰਾਕ ਨਿਰਧਾਰਿਤ ਹੈ ਉਹ ਉਹੀ ਖਾਂਦਾ ਹੈ। ਜੇਕਰ ਉਸ ਨੂੰ ਉਹ ਖੁਰਾਕ ਨਾ ਮਿਲੇ ਉਹ ਕਿਸੇ ਬਦਲ ਨੂੰ ਸਵੀਕਾਰ ਨਹੀਂ ਕਰਦਾ। ਸੋ ਸ਼ੇਰ ਜਿੰਨਾ ਮਰਜ਼ੀ ਭੁੱਖਾ ਹੋਵੇ ਉਹ ਕਦੇ ਘਾਹ ਨਹੀਂ ਖਾਵੇਗਾ ਤੇ ਜਿਹੜੇ ਜਾਨਵਰ ਘਾਹ ਖਾਂਦੇ ਨੇ ਉਹ ਮਰ ਜਾਣਗੇ ਪਰ ਕਦੇ ਮਾਸ ਨਹੀਂ ਖਾਣਗੇ। ਸੋ ਕੇਵਲ ਕੱਲਾ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜਿਹਨੇ ਖੁਰਾਕ ਦੀ ਬੰਦਿਸ਼ ਨੂੰ ਤੋੜਿਆ ਹੈ। ਉਹ ਹਰ ਪ੍ਰਕਾਰ ਦੀ ਖੁਰਾਕ ਨਾਲ ਜੀਵਤ ਰਹਿ ਸਕਦਾ ਹੈ ਤੇ ਇਹ ਬੰਦਿਸ਼ ਨੂੰ ਤੋੜਨ ਤੋਂ ਬਾਅਦ ਜਿੰਨੀਆਂ ਵੀ ਉਸ ਨੂੰ ਰੁਕਾਵਟਾਂ ਆਈਆਂ ਉਹਨਾਂ ਨੂੰ ਲੰਘਦਾ ਗਿਆ ਤੇ ਇਸ ਯੋਗਤਾ ਕਾਰਨ ਹੀ ਮਨੁੱਖ ਹਰ ਪ੍ਰਕਾਰ ਦੇ ਵਾਤਾਵਰਣ ਤੇ ਹਰ ਤਾਪਮਾਨ ਵਿੱਚ ਵਿਚਰਨ ਯੋਗ ਸਮਰੱਥ ਹੋਇਆ ਤੇ ਇਸ ਕਾਰਨ ਹੀ ਉਹ ਸਮੁੱਚੇ ਜੀਵ ਜੰਤੂਆਂ ਦੇ ਜਗਤ ਦਾ ਆਗੂ ਬਣ ਗਿਆ। ਸੋ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਦੁਨੀਆ ਵਿੱਚ ਉਹ ਸਾਰੇ ਜੀਵ ਜੰਤੂਆਂ ਦਾ ਇੱਕ ਤਰ੍ਹਾਂ ਆਗੂ ਹੈ। ਸਭ ਨੂੰ ਇਹ ਕੈਦ ਵੀ ਕਰ ਸਕਦਾ ਹੈ, ਮਤਲਬ ਉਹਨਾਂ ਦੀ ਜ਼ਿੰਦਗੀ ਨੂੰ ਵੀ ਇਹ ਆਪਣੇ ਹਿਸਾਬ ਨਾਲ ਚਲਾ ਰਿਹਾ ਹੈ। ਬਹੁਤ ਸਦੀਆਂ ਪਹਿਲਾਂ ਜਦੋਂ ਚੀਨ ਵਿੱਚ ਕਾਲ ਪੈ ਗਿਆ ਤਾਂ ਚੂਹੇ, ਘਿਰਲੀਆਂ, ਸੱਪ ਆਦਿ ਖਾਧੇ ਜਾਣ ਲੱਗੇ। ਸੋ ਇਸ ਸਮੇਂ ਮਨੁੱਖ ਨੇ ਇੱਕ ਸੰਕਲਪ ਬਣਾਇਆ ਕਿ ਜਿਹੜੇ ਵੀ ਜੀਵ ਦੀ ਪਿੱਠ ਆਸਮਾਨ ਵੱਲ ਹੈ ਉਹ ਖਾਣ ਯੋਗ ਹੈ। ਸੋ ਇਸ ਹਿਸਾਬ ਨਾਲ ਸਿਰਫ ਮਨੁੱਖ ਦੀ ਹੀ ਪਿੱਠ ਆਸਮਾਨ ਵੱਲ ਨਹੀਂ ਸੀ ਤੇ ਇਸ ਕਰਕੇ ਮਨੁੱਖ ਤੋਂ ਸਿਵਾਏ ਬਾਕੀ ਸਾਰੇ ਜੀਵ ਮਨੁੱਖ ਦੀ ਖੁਰਾਕ ਬਣ ਗਏ। ਪਰ ਅਜੋਕੇ ਯੁੱਗ ਦੀ ਸਥਿਤੀ ਵੱਖਰੀ ਹੈ। ਸਾਡੇ ਆਗੂ ਸਧਾਰਨ ਲੋਕਾਂ ਦੀ ਮਿਹਨਤ ਨੂੰ ਲਾਪਰਵਾਹੀ ਨਾਲ ਖਰਚ ਰਹੇ ਨੇ। ਸੋ ਜਿਵੇਂ ਕਿ ਪਰਿਵਾਰ ਸਮਾਜ ਦੀ ਇੱਕ ਮੁੱਢਲੀ ਇਕਾਈ ਹੈ ਤੇ ਹਰ ਪਰਿਵਾਰ ਵਿੱਚ ਪਿਤਾ ਆਗੂ ਤੇ ਮਾਤਾ ਪ੍ਰਬੰਧਕ ਹੁੰਦੀ ਹੈ। ਸ਼ਿਕਾਰ ਯੁੱਗ ਵਿੱਚ ਪੁਰਸ਼ ਸ਼ਿਕਾਰ ਕਰਿਆ ਕਰਦੇ ਸੀ ਤੇ ਇਸਤਰੀਆਂ ਉਸ ਨੂੰ ਰਿੰਨਣ ਪਕਾਉਣ ਦਾ ਕਾਰਜ ਕਰਦੀਆਂ ਸੀ। ਸੋ ਪਰਿਵਾਰ ਵੀ ਆਗੂ
ਤੋਂ ਬਿਨਾਂ ਨਹੀਂ ਚੱਲਦਾ। ਬੇਸ਼ੱਕ ਅੱਜ ਬਹੁਤ ਸਾਰੇ ਲੋਕ ਅੱਜ ਦੇ ਆਗੂਆਂ ਨੂੰ ਗਾਲਾਂ ਕੱਢੀ ਜਾਂਦੇ ਨੇ, ਪਰ ਆਪਣੇ ਪਰਿਵਾਰ ਨੂੰ ਸਹੀ ਤਰੀਕੇ ਨਾਲ ਚਲਾ ਨਹੀਂ ਪਾਉਂਦੇ। ਸੋ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਬੰਦੇ ਉੱਤੇ ਕਿੰਨੀਆਂ ਜ਼ਿੰਮੇਵਾਰੀਆਂ ਹੋਣਗੀਆਂ ਜਿਨੇ ਇੱਕ ਦੇਸ਼ ਜਾਂ ਰਾਜ ਜਾਂ ਕੋਈ ਰਾਜ ਦਾ ਛੋਟਾ ਹਿੱਸਾ ਚਲਾਉਣਾ ਹੈ। ਪਰ ਜਦੋਂ ਪਤੀ ਇਹ ਫਰਜ਼ ਨਿਭਾਉਣ ਤੋਂ ਇਨਕਾਰੀ ਹੋਵੇ ਤਾਂ ਪਤਨੀ ਨੂੰ ਆਗੂ ਬਣਨਾ ਪੈਂਦਾ ਹੈ। ਮਤਲਬ ਪਰਿਵਾਰ ਵਿੱਚ ਇੱਕ ਨਾ ਇੱਕ ਆਗੂ ਬੰਦਾ ਜ਼ਰੂਰ ਹੁੰਦਾ ਹੈ। ਜੇਕਰ ਉਸ ਦੀ ਵੀ ਨਾ ਸੁਣੀ ਜਾਵੇ ਤਾਂ ਪਰਿਵਾਰ ਨਹੀਂ ਚੱਲਦੇ ਤੇ ਇਹੀ ਸਥਿਤੀ ਦੇਸ਼ ਦੀ ਹੁੰਦੀ ਹੈ। ਸੋ ਜਿਹੜੇ ਆਗੂ ਸਾਡੇ ਬਾਰੇ ਸੋਚ ਸਕਦੇ ਸੀ ਅੱਜ ਉਹੀ ਗਵਾਚ ਗਏ ਨੇ। ਸੋ ਉਹਨਾਂ ਤੋਂ ਬਿਨਾਂ ਸਾਡੀ ਭਟਕਣ ਦਾ ਵਧਣਾ ਲਾਜ਼ਮੀ ਹੈ। ਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਆਗੂ ਹੀ ਸਾਡੀ ਬਰਬਾਦੀ ਦਾ ਕਾਰਨ ਬਣੇ ਰਹੇ। ਇਹ ਦਰਦ ਸਾਨੂੰ ਹਟਾਉਣਾ ਹੀ ਪਵੇਗਾ, ਪਰ ਕਦੇ ਨਾ ਕਦੇ ਕਿਧਰੇ ਨਾ ਕਿਧਰੇ ਕੋਈ ਆਗੂ ਉੱਭਰੇਗਾ ਜਿਹੜਾ ਸਾਨੂੰ ਸਾਡੀਆਂ ਸੁਭਾਵਨਾਵਾਂ ਤੋਂ ਜਾਣੂ ਕਰਵਾਵੇਗਾ ਤੇ ਸਾਨੂੰ ਵਿਕਾਸ ਦੇ ਰਾਹ ਪਾਵੇਗਾ। ਸੋ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੀ ਸਰਕਾਰ ਦੇ ਬੰਦੇ ਜਾਂ ਸਰਕਾਰ ਇਹ ਸਭ ਕੁਝ ਕਰ ਸਕੇ ਤਾਂ ਜੋ ਸਾਨੂੰ ਸਭ ਕੁਝ ਬਦਲਿਆ ਨਜ਼ਰ ਆਵੇ। ਬੇਸ਼ੱਕ ਕਿੰਨੇ ਹੀ ਸਾਲ ਲੰਘੇ ਨੇ, ਪਰ ਅਸੀਂ ਆਸ ਕਰਦੇ ਹਾਂ ਕਿ ਨਵੀਂ ਸਰਕਾਰ ਦੇ ਨਾਲ ਸਾਡਾ ਆਉਣ ਵਾਲਾ ਕੱਲ ਵਧੀਆ ਹੋਵੇ। ਸੋ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਕਿਵੇਂ ਆਪਣੇ MLA ਬਾਰੇ ਜਾਣ ਸਕਦੇ ਹੋ ਜਾਂ ਕਿਸੇ ਵੀ ਮੰਤਰੀ ਬਾਰੇ ਜਾਣ ਸਕਦੇ ਹੋ ਕਿ ਉਸ ਉੱਤੇ ਕੋਈ ਕ੍ਰਿਮੀਨਲ ਕੇਸ ਤਾਂ ਨਹੀਂ ਚੱਲ ਰਿਹਾ, ਉਸ ਕੋਲ